आत्मा है, सब गोबिंद है, सब गोबिंद है, गोबिंद बिन नहीं कोई। ਗੁਰਬਾਣੀ ਦੇ 485 ਨੰਬਰ ਅਧਿਆਏ 'ਚੋਂ ਪਰਮਾਤਮਾ ਹੈ, ਉਸ ਦੀ ਹੋਂਦ ਇੰਨੀ ਪ੍ਰਤੱਖ ਹੈ ਕਿ ਉਸ ਨੂੰ ਸਿੱਧ ਕਰਨ ਲਈ ਕਿਸੇ ਸਬੂਤ ਦੀ ਜ਼ਰੂਰਤ ਨਹੀਂ ਹੈ। ਕੋਈ ਪ੍ਰਮਾਣ ਉਸ ਦੀ ਹੋਂਦ ਦੀ ਪੁਸ਼ਟੀ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਖੰਡਨ ਉਸ ਦੀ ਹੋਂਦ ਨੂੰ ਨਿਰਬਲ ਬਣਾ ਸਕਦਾ ਹੈ। ਪਰਮਾਤਮਾ ਤੋਂ ਬਿਨਾਂ ਹੋਰ ਪਦਾਰਥਾਂ ਨੂੰ ਹੀ ਪ੍ਰਮਾਣਿਤ ਕੀਤਾ ਜਾ ਸਕਦਾ ਹੈ, ਉਹਨਾਂ ਦਾ ਖੰਡਨ ਵੀ ਹੋ ਸਕਦਾ ਹੈ, ਪਰੰਤੂ ਪਰਮਾਤਮਾ ਦਾ ਖੰਡਨ ਦਾ ਵਿਸ਼ਾ ਨਹੀਂ ਹੈ। ਪਰਮਾਤਮਾ ਸਾਡੇ ਅੰਦਰ ਆਤਮਾ ਆਪੇ ਦੇ ਰੂਪ ਵਿੱਚ ਹਮੇਸ਼ਾ ਮੌਜੂਦ ਹੈ। ਆਤਮਾ ਦੀ ਹੋਂਦ ਤਾਂ ਸਵੈ ਸਿੱਧ ਹੈ, ਕਿਉਂਕਿ ਉਹ ਖੁਦ ਪ੍ਰਕਾਸ਼ਮਾਨ ਹੈ। ਕੀ ਆਪਣੇ ਆਪ ਦੀ ਹੋਂਦ ਨੂੰ ਸਿੱਧ ਕਰਨ ਲਈ ਕਿਸੇ ਪ੍ਰਮਾਣ ਦੀ ਲੋੜ ਹੈ? ਮੈਂ ਹਾਂ। ਇਹ ਮਨ ਦੀ ਕੋਰੀ ਮਾਨਤਾ ਜਾਂ ਕਲਪਨਾ ਨਹੀਂ ਹੈ, ਸਗੋਂ ਹਰੇਕ ਪ੍ਰਾਣੀ ਦਾ ਸਹਿਜ ਅਨੁਭਵ ਹੈ। ਮੈਂ ਨਹੀਂ ਹਾਂ, ਇਹ ਮਨ ਦੀ ਕਲਪਨਾ ਹੈ ਅਤੇ ਉਹ ਅਜਿਹੀ ਕਲਪਨਾ ਜਿਸ ਦਾ ਅਨੁਭਵ ਵਿੱਚ ਆਉਣਾ ਕਦੇ ਵੀ ਸੰਭਵ ਨਹੀਂ ਹੈ। ਆਪਣੀ ਕਮੀ, ਆਪਣੀ ਮੂਰਖਤਾ ਅਤੇ ਨਾਪਸੰਦੀ ਦਾ ਅਨੁਭਵ ਕਿਸੇ ਨੂੰ ਕਦੀ ਹੋ ਹੀ ਨਹੀਂ ਸਕਦਾ। ਆਪਣੀ ਹੋਂਦ ਨੂੰ ਕੌਣ ਅਸਵੀਕਾਰ ਕਰਦਾ ਹੈ? ਸਿਰਫ ਇੱਕ ਮੂਰਖ ਹੀ। ਆਪਣੀ ਹੋਂਦ ਦੇ ਵਿਸ਼ੇ ਵਿੱਚ ਨਿਸ਼ਚਿਆਤਮਕ ਵਚਨ ਮੈਂ ਹਾਂ ਹਰ ਤਰ੍ਹਾਂ ਦੇ ਤਰਕਾਂ ਦੇ ਘੇਰੇ ਤੋਂ ਦੂਰ ਹੈ। ਇਸ ਮੈਂ ਨੂੰ ਝੂਠਾ ਹੰਕਾਰ ਜੋ ਇੱਕ ਪਰਛਾਵੇਂ ਦੀ ਤਰ੍ਹਾਂ ਹੈ ਸਮਝਣ ਦੀ ਭੁੱਲ ਨਾ ਕਰੋ। ਅਹੰਕਾਰ ਇੱਕ ਪਰਿਵਰਤਨਸ਼ੀਲ ਮਾਨਸਿਕ ਪ੍ਰਤੀਤੀ ਹੈ ਜੋ ਵਿਅਕਤੀ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦਾ ਹੈ, ਜਦੋਂ ਕਿ ਮੈਂ ਹਾਂ ਸਰਵ ਵਿਆਪਕ, ਸਥਿਰ ਅਤੇ ਸੱਚ ਹੈ। ਇਸ ਸੱਚੇ ਮੈਂ ਰੂਪੀ ਮੋਤੀ ਨੂੰ ਪਾਉਣ ਲਈ ਅੰਤਰ ਧਿਆਨ ਦੀ ਗਹਿਰਾਈ ਵਿੱਚ ਉਤਰਨਾ ਪੈਂਦਾ ਹੈ। ਅਹੰਕਾਰ ਅਤੇ ਸੱਚੇ ਮੈਂ ਵਿੱਚ ਵਿਵੇਕਸ਼ੀਲ ਅੰਤਰ ਉਵੇਂ ਹੀ ਹੈ ਜਿਵੇਂ ਝੂਠ ਅਤੇ ਸੱਚ ਅਤੇ ਮਿੱਥਿਆ ਅਤੇ ਯਥਾਰਥ ਵਿੱਚ ਅੰਤਰ ਹੈ। ਸੱਚਾ ਮੈਂ ਬਹੁਤ ਹੀ ਯਥਾਰਥਕ ਅਤੇ ਪ੍ਰਤੱਖ ਹੈ, ਜਿਸ ਲਈ ਕਿਸੇ ਵਿਵਾਦ ਦੀ ਲੋੜ ਨਹੀਂ ਹੈ। ਇਹ ਸਭ ਕੁਝ ਸਾਨੂੰ ਚੇਤਨਾ ਕੌਨਸ਼ੀਅਸਨੈਸ ਬਾਰੇ ਸੋਚਣ ਲਈ ਪ੍ਰੇਰਿਤ ਕਰਦਾ ਹੈ। ਚੇਤਨਾ ਇਸ ਜਾਂ ਉਸ ਵਸਤੂ ਦੀ ਨਹੀਂ, ਇਸ ਜਾਂ ਉਸ ਵਿਅਕਤੀ ਦੀ ਵੀ ਨਹੀਂ, ਸਗੋਂ ਚੇਤਨਾ ਜਿਵੇਂ ਕਿ ਉਹ ਖੁਦ ਆਪਣੇ ਆਪ ਵਿੱਚ ਹੈ। ਚੇਤਨਾ ਜੋ ਪਰਮਾਤਮਾ ਦੇ ਸਮਾਨਾਰਥਕ ਅਤੇ ਬਿਨਾਂ ਝਿਜਕ ਅਸੀਂ ਆਖ ਸਕਦੇ ਹਾਂ ਪਰਮਾਤਮਾ ਚੇਤਨਾ ਹੈ। ਕੀ ਚੇਤਨਾ ਦੀ ਹੋਂਦ ਦਾ ਖੰਡਨ ਕੀਤਾ ਜਾ ਸਕਦਾ ਹੈ? ਚੇਤਨਾ ਦੀ ਹੋਂਦ ਦਾ ਖੰਡਨ ਤੁਸੀਂ ਬਿਨਾਂ ਚੇਤਨਾ ਤੋਂ ਕਰ ਹੀ ਕਿਸ ਤਰ੍ਹਾਂ ਸਕੋਗੇ? ਚੇਤਨਾ ਦੀ ਅਣਹੋਂਦ ਜੇਕਰ ਚੇਤਨਾ ਦੇ ਦੁਆਰਾ ਸਿੱਧ ਕਰਨ ਦਾ ਯਤਨ ਕਰਾਂਗੇ ਤਾਂ ਉਹ ਚੇਤਨਾ ਦੀ ਅਣਹੋਂਦ ਦੀ ਕਲਪਨਾ ਮਾਤਰ ਨੂੰ ਦੂਰ ਕਰ ਦੇਵੇਗਾ। ਚੇਤਨਾ ਦੀ ਅਣਹੋਂਦ ਨੂੰ ਸਾਬਤ ਕਰਨ ਲਈ ਚੇਤਨਾ ਹੀ ਇੱਕ ਲਾਜ਼ਮੀ ਸਾਧਨ ਹੈ। ਤਰਕ ਦੇ ਆਧਾਰ 'ਤੇ ਕਿਸੇ ਵੀ ਤੱਥ ਨੂੰ ਪ੍ਰਮਾਣਿਤ ਕਰਨ ਜਾਂ ਖੰਡਨ ਕਰਨ ਲਈ 3 ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਪ੍ਰਮਾਣਿਤ ਕਰਨ ਵਾਲਾ, ਜਿਸ ਨੂੰ ਕਿ ਪ੍ਰਮਾਤਾ ਆਖਿਆ ਜਾਂਦਾ ਹੈ, ਪ੍ਰਮਾਣ ਅਤੇ ਜਿਸ ਨੂੰ ਪ੍ਰਮਾਣਿਤ ਕਰਨਾ ਹੈ, ਇਹਨਾਂ ਤਿੰਨਾਂ ਦੀ ਤਿਕੋਣ ਦੇ ਭਾਵ ਅਤੇ ਅਭਾਵ ਨੂੰ ਪ੍ਰਕਾਸ਼ਮਾਨ ਕਰਨ ਵਾਲੀ ਹੀ ਚੇਤਨਾ ਹੈ। ਅਸਲ ਵਿੱਚ ਚੇਤਨਾ ਸਦੀਵੀ, ਸਰਬ ਉੱਚ ਅਤੇ ਸਮੇਂ ਤੋਂ ਪਾਰ ਉਹ ਮੂਲ ਤੱਤ ਹੈ ਜੋ ਗਿਆਤਾ, ਗਿਆਨ ਅਤੇ ਗਿਆ ਨੂੰ ਉਹਨਾਂ ਦੇ ਆਪਸੀ ਸੰਬੰਧ ਦੀ ਅਣਹੋਂਦ ਜਾਂ ਅਣਹੋਂਦ ਨੂੰ ਪ੍ਰਕਾਸ਼ਮਾਨ ਕਰਦਾ ਹੈ। ਇਹਨਾਂ ਤਿੰਨਾਂ ਦੀ ਤਿਕੋਣ ਚੇਤਨਾ ਦੇ ਵਿੱਚ ਸਮਾਈ ਹੋਈ ਅਤੇ ਉਸ ਸਮੇਂ ਚੇਤਨਾ ਇਸ ਤਿਕੋਣ ਤੋਂ ਪਰੇ ਵੀ ਹੈ। ਭਾਵ ਇਹ ਹੈ ਕਿ ਚੇਤਨਾ ਸਵੈ ਪ੍ਰਮਾਣਿਤ ਹੈ। ਜੇਕਰ ਕੋਈ ਵਿਅਕਤੀ ਤੁਹਾਡੇ ਕੋਲ ਆਉਂਦਾ ਹੈ ਅਤੇ ਮਧੁਰ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਉਸ ਦੀ ਜੀਭ ਨਹੀਂ ਹੈ, ਤਾਂ ਕਿ ਤੁਸੀਂ ਉਸ ਦਾ ਵਿਸ਼ਵਾਸ ਕਰ ਲਓਗੇ? ਬਿਲਕੁਲ ਨਹੀਂ। ਸੰਸਾਰ ਦੀਆਂ ਸਾਰੀਆਂ ਚੀਜ਼ਾਂ ਨਿਰਜੀਵ ਹਨ। ਅਸਲ ਵਿੱਚ ਇਹ ਚੇਤਨਾ ਹੀ ਹੈ ਜੋ ਉਹਨਾਂ ਨੂੰ ਪ੍ਰਕਾਸ਼ਿਤ ਕਰਦੀ ਅਤੇ ਜੀਵਨ ਪ੍ਰਦਾਨ ਕਰਦੀ ਹੈ। ਤਮੇਵ ਭਾਨਤ ਭਨੋਤੀ ਸਰਵ ਤਮਯ ਭਾਸਾ ਸਰਬਮਿੰਦ ਵਿਭਾਤੀ, ਅਰਥਾਤ ਕੇਵਲ ਚੇਤਨਾ ਦੇ ਪ੍ਰਕਾਸ਼ ਵਿੱਚ ਸਭ ਕੁਝ ਚਮਕਦਾ ਹੈ। ਕੇਵਲ ਇਸ ਦੇ ਪ੍ਰਕਾਸ਼ ਨਾਲ ਹੀ ਸਾਰੇ ਪ੍ਰਕਾਸ਼ਮਾਨ ਹੁੰਦੇ ਹਨ। ਉਹ ਲੋਕ ਜੋ ਚੇਤਨਾ ਨੂੰ ਚੇਤਨਾ ਰਹਿਤ ਵਸਤੂ ਦਾ ਨਤੀਜਾ ਜਾਂ ਕਿਸੇ ਕਾਰਬਨਿਕ ਯੌਗਿਕ ਦਾ ਉਬਾਲ, ਇਫੈਫਨੈਸ ਆਫ ਏ ਕਾਰਬਨ ਕੰਪਾਊਂਡ ਜਾਂ ਰਸਾਇਣਿਕ ਤੱਤਾਂ ਅਤੇ ਭੌਤਿਕ ਊਰਜਾ ਦੀ ਵਾਰ-ਵਾਰ ਮਸ਼ੀਨੀ ਵੰਡ ਹੀ ਸਮਝਦੇ ਹਨ, ਉਹ ਸੱਤਾ ਦੇ ਉੱਪਰਲੇ ਤਲ 'ਤੇ ਖੇਡਣ ਵਾਲੇ ਜਾਂ ਸ੍ਰਿਸ਼ਟੀ ਦੇ ਬਾਹਰੀ ਸਰੂਪ ਨੂੰ ਹੀ ਦੇਖਣ ਵਾਲੇ ਬਾਲਕ ਹਨ। ਉਹ ਸਿਰਫ ਅੰਤਰ ਆਤਮਾ ਦੇ ਡੂੰਘੇ ਸਹਿਜ ਗਿਆਨ ਤੋਂ ਹੀ ਨਹੀਂ, ਸਗੋਂ ਬੌਧਿਕ ਚਿੰਤਨ ਦੀ ਉੱਚੀ ਉਡਾਨ ਤੋਂ ਵੀ ਅਣਜਾਣ ਹਨ। ਅਜੇ ਤਰਕਸ਼ੀਲ ਮਿੱਤਰਾਂ ਤੋਂ ਹੋਰ ਜ਼ਿਆਦਾ ਵਿਵੇਕ ਦੀ ਆਸ ਕੀਤੀ ਜਾਂਦੀ ਹੈ। ਚੇਤਨਾ ਰਹਿਤ ਤੱਤ ਕਿਸ ਪ੍ਰਕਾਰ ਦੁੱਖ ਸੁੱਖ ਦਾ ਅਨੁਭਵ ਕਰ ਸਕਦਾ ਹੈ? ਕੀ ਇਹ ਕਦੀ ਸਮਝ ਵਿੱਚ ਆਉਣ ਯੋਗ ਹੈ ਕਿ ਚੇਤਨਾ ਰਹਿਤ ਪਦਾਰਥ, ਚਾਹੇ ਉਹ ਕਿਹੋ ਜਿਹਾ ਵੀ ਰੂਪਾਂਤਰਨ ਤੋਂ ਪ੍ਰਾਪਤ ਕਿਉਂ ਨਾ ਹੋ ਜਾਵੇ, ਆਪਣੇ ਆਪ ਨੂੰ ਸਮਝਣ, ਜਾਣਨ ਜਾਂ ਆਪਣੇ ਆਪ 'ਤੇ ਸ਼ਾਸਨ ਕਰਨ ਦੇ ਯੋਗ ਬਣ ਸਕਦਾ ਹੈ?
ਜੇਕਰ ਤਰਕ ਦੀ ਦ੍ਰਿਸ਼ਟੀ ਨਾਲ ਇਹ ਮੰਨ ਵੀ ਲਿਆ ਜਾਵੇ ਕਿ ਚੇਤਨਾ ਸਮੇਂ ਤੋਂ ਉਤਪੰਨ ਇੱਕ ਪਦਾਰਥ ਹੈ, ਤਾਂ ਵੀ ਉਸ ਦੀ ਉਤਪਤੀ ਤੋਂ ਪਹਿਲਾਂ ਦੀ ਅਵਸਥਾ ਨੂੰ ਦੱਸਣਾ ਪਵੇਗਾ। ਪਰੰਤੂ ਬਿਨਾਂ ਚੇਤਨਾ ਤੋਂ ਉਹ ਵੀ ਸੰਭਵ ਨਹੀਂ। ਅਜੀ ਚੇਤਨਾ ਰਹਿਤ ਸਥਿਤੀ ਜਿਸ ਦਾ ਕਿਸੇ ਨੂੰ ਵੀ ਅਨੁਭਵ ਨਹੀਂ ਹੋਇਆ ਹੋਵੇ ਸਿਰਫ ਬਣਾਉਟੀ ਗੱਲ ਹੀ ਹੈ, ਅਰਥਾਤ ਬਿਲਕੁਲ ਝੂਠ ਹੀ ਹੋਵੇਗੀ। ਦੂਜੀ ਗੱਲ ਇਹ ਹੈ ਕਿ ਚੇਤਨਾ ਦੀ ਇਹ ਹੋਂਦ ਵਰਤਮਾਨ ਵਿੱਚ ਤਾਂ ਪ੍ਰਤੱਖ ਸੱਚ ਹੈ ਹੀ, ਅਤੇ ਜੋ ਸੱਚ ਹੈ ਉਹ ਹਮੇਸ਼ਾ ਸੱਚ ਰਹਿੰਦਾ ਹੈ। ਸੱਚ ਕਦੇ ਵੀ ਅਣਹੋਂਦ ਨਹੀਂ ਹੁੰਦੀ। ਸਾਦੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਚੇਤਨਾ ਰਹਿਤ ਅਵਸਥਾ ਸੰਭਵ ਨਹੀਂ ਜਾਂ ਸੱਚ ਨਹੀਂ ਹੋ ਸਕਦੀ। ਇਹ ਬਿਲਕੁਲ ਖੋਤੇ ਦੇ ਸਿੰਗਾਂ ਵਾਲੀ ਗੱਲ ਹੈ ਜੋ ਕਦੇ ਕਿਸੇ ਨੇ ਦੇਖੇ ਹੀ ਨਹੀਂ। ਇਸ ਲਈ ਚੇਤਨਾ ਨੂੰ ਸਮੇਂ ਤੋਂ ਪੈਦਾ ਹੋਇਆ ਜਾਂ ਉਸ ਸਮੇਂ ਦਾ ਉਤਪਾਦ ਮੰਨਣਾ ਬਿਲਕੁਲ ਤਰਕ ਵਿਰੁੱਧ ਹੈ। ਭਾਵ ਕਿ ਚੇਤਨਾ ਅਕਾਲ ਹੈ। ਚੇਤਨਾ ਦੀ ਉਤਪਵੀ ਸੰਭਵ ਹੀ ਨਹੀਂ, ਕਿਉਂਕਿ ਜੇ ਪੈਦਾ ਹੋਇਆ ਉਸ ਦਾ ਨਾਸ਼ ਵੀ ਹੋਵੇਗਾ। ਅਸੀਂ ਲੰਬੀਆਂ ਦੂਰੀਆਂ ਦੀ ਕਲਪਨਾ ਉਨੀ ਹੀ ਸਰਲਤਾ ਨਾਲ ਕਰ ਸਕਦੇ ਹਾਂ ਜਿੰਨੀ ਕਿ ਘੱਟ ਦੂਰੀਆਂ ਦੀ। 1 ਕਿਲੋਮੀਟਰ ਦੀ ਦੂਰੀ ਦੇ ਵਿਸ਼ੇ ਵਿੱਚ ਧਾਰਨਾ ਕਰਨ ਦੇ ਲਈ ਸਾਨੂੰ ਉਸ ਤੋਂ ਜ਼ਿਆਦਾ ਸਥਾਨ ਜਾਂ ਯਤਨ ਦੀ ਜ਼ਰੂਰਤ ਨਹੀਂ ਪੈਂਦੀ ਜਿੰਨੇ ਸਥਾਨ ਜਾਂ ਯਤਨ ਦੀ ਜ਼ਰੂਰਤ ਸਾਨੂੰ 1 ਇੰਚ ਦੇ ਵਿਸ਼ੇ ਵਿੱਚ ਧਾਰਨਾ ਕਰਨ ਲਈ ਪੈਂਦੀ ਹੈ। ਅਸੀਂ ਕਾਲ ਦੀਆਂ ਜ਼ਿਆਦਾ ਲੰਬੀਆਂ ਘੜੀਆਂ ਦੀ ਕਲਪਨਾ ਕਰ ਸਕਦੇ ਹਾਂ ਜਾਂ ਜੇ ਚਾਹੀਏ ਤਾਂ ਪਲ ਭਰ ਦੀ ਸਮ੍ਰਿਤੀ ਤੇ ਮਨ ਨੂੰ ਇਕਾਗਰ ਕਰ ਸਕਦੇ ਹਾਂ। ਸਾਡੇ ਅਨੁਭਵ ਵਿੱਚ ਕਈ ਪ੍ਰਕਾਰ ਦੇ ਪ੍ਰਤੀਰੂਪ ਇਕੱਠੇ ਰਹਿੰਦੇ ਹਨ ਜਿਨ੍ਹਾਂ ਨੂੰ ਕਿ ਅਸੀਂ ਇਮੇਜਿਸ ਕਹਿੰਦੇ ਹਾਂ, ਪਰੰਤੂ ਅਸੀਂ ਆਪਣੀ ਇੱਛਾ ਅਨੁਸਾਰ ਇਹਨਾਂ ਪ੍ਰਤੀਰੂਪਾਂ ਨੂੰ ਛੋਟਾ ਜਾਂ ਵੱਡਾ ਕਰ ਸਕਦੇ ਹਾਂ ਜਾਂ ਆਪਸ ਵਿੱਚ ਮਿਲਾ ਸਕਦੇ ਹਾਂ। ਜਿਵੇਂ ਅਸੀਂ ਕਦੀ ਅਜਿਹਾ ਪ੍ਰਾਣੀ ਨਹੀਂ ਦੇਖਿਆ ਜਿਸ ਦਾ ਧੜ ਤਾਂ ਮਨੁੱਖ ਦਾ ਹੋਵੇ ਪਰ ਸਿਰ ਹਾਥੀ ਦੇ ਸਿਰ ਵਰਗਾ ਹੋਵੇ, ਪਰੰਤੂ ਅਸੀਂ ਅਜਿਹੀ ਧਾਰਨਾ ਕਰ ਸਕਦੇ ਹਾਂ। ਕੀ ਇਸ ਤੋਂ ਸਪਸ਼ਟ ਨਹੀਂ ਹੈ ਕਿ ਚੇਤਨਾ ਦੇਸ਼ ਕਾਲ ਦੇ ਘੇਰੇ ਵਿੱਚ ਬੰਨੀ ਹੋਈ ਨਹੀਂ ਹੈ? ਕੀ ਇਹ ਅਨੁਭਵ ਵੀ ਨਹੀਂ ਆਉਂਦਾ ਕਿ ਜਿਨ੍ਹਾਂ ਵਿਅਕਤੀਆਂ ਵਿੱਚ ਚੇਤਨਾ ਦਾ ਸਭ ਤੋਂ ਉੱਚਾ ਪੱਧਰ ਪ੍ਰਗਟ ਹੁੰਦਾ ਹੈ ਉਹ ਹੀ ਸ੍ਰਿਸ਼ਟੀ ਤੇ ਪ੍ਰਭੁਤਾ ਸਥਾਪਿਤ ਕਰਦੇ ਹਨ। ਅਸਲ ਵਿੱਚ ਚੇਤਨਾ ਪੂਰਨ ਸੁਤੰਤਰ ਜਾਂ ਨਿਰਪੇਖ ਹੈ ਕਿ ਇੱਕ ਅਜਿਹਾ ਪ੍ਰਮੁੱਖ ਤੱਤ ਹੈ ਜੋ ਸਮਾਧੀ ਤੋਂ ਪੈਦਾ ਹੋਏ ਗਿਆਨ 'ਤੇ ਆਧਾਰਿਤ ਹੈ। ਇਹ ਚੇਤਨਾ ਪੂਰਨ ਹੈ। ਚੇਤਨਾ ਜੋ ਪੂਰਨ ਹੈ ਉਹ ਜ਼ਰੂਰੀ ਅਸੀਮ ਆਨੰਦ ਸਰੂਪ ਜਾਂ ਅਸੀਮ ਆਨੰਦਮਈ ਹੋਵੇਗੀ, ਕਿਉਂਕਿ ਚੇਤਨਾ ਵਿੱਚ ਸੀਮਤ ਹੋਣ ਦੀ ਭਾਵਨਾ ਹੀ ਦੁੱਖ ਦੀ ਸੂਚਕ ਹੈ। ਅਧੂਰੇਪਨ ਦੀ ਭਾਵਨਾ ਤੋਂ ਮੁਕਤ ਚੇਤਨਾ ਪੂਰਨ ਆਨੰਦ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਇਸ ਲਈ ਪੂਰਨ ਸੱਚ, ਪੂਰਨ ਚੇਤਨਾ ਅਤੇ ਪੂਰਨ ਆਨੰਦ ਸੱਚ ਦਾ ਆਨੰਦ ਹੀ ਪਰਮਾਤਮਾ ਦੇ ਸਮਰਥੀ ਹਨ। ਕੀ ਤੁਹਾਡੇ ਦਿਲ ਵਿੱਚ ਬਹੁਤ ਭੈੜੀ ਅਵਸਥਾ ਵਿੱਚ ਜਦੋਂ ਕਿ ਜੀਵਨ ਦੀਆਂ ਸਾਰੀਆਂ ਉਮੀਦਾਂ ਧੁੰਦਲੀਆਂ ਹੋ ਗਈਆਂ ਹੋਣ ਉਸ ਪ੍ਰਭੂ ਵੱਲ ਉਮੀਦ ਭਰੀ ਨਿਗਾਹ ਨਾਲ ਨਹੀਂ ਦੇਖਦਾ, ਉਸ ਨੂੰ ਪ੍ਰਾਰਥਨਾ ਨਹੀਂ ਕਰਦਾ ਅਤੇ ਇਸ ਤਰ੍ਹਾਂ ਇੱਕ ਅਦਿੱਖ ਮਹਾਨ ਸ਼ਕਤੀ ਦੀ ਹੋਂਦ ਸਵੀਕਾਰ ਨਹੀਂ ਕਰਦਾ? ਕੀ ਤੁਸੀਂ ਬਹੁਤ ਜ਼ਿਆਦਾ ਖੁਸ਼ੀ ਦੀ ਉਸ ਅਵਸਥਾ ਵਿੱਚ ਜਦੋਂ ਕਿ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਬਿਨਾਂ ਤੁਹਾਡੇ ਕਿਸੇ ਯਤਨ ਤੋਂ ਹੀ ਸਮਾਪਤ ਹੋ ਜਾਂਦੀਆਂ ਹਨ ਉਸ ਪ੍ਰਭੂ ਦੀ ਸ਼ਕਤੀ ਨੂੰ ਸਵੀਕਾਰ ਨਹੀਂ ਕਰਦੇ? ਕੀ ਪਰਮਾਤਮਾ ਤੁਹਾਡੀ ਅੰਤਰ ਆਤਮਾ ਦੇ ਰੂਪ ਵਿੱਚ ਤੁਹਾਨੂੰ ਉਸ ਸਮੇਂ ਅੰਦਰੋਂ ਕੋਸਦਾ ਅਤੇ ਲਾਹਨਤਾਂ ਨਹੀਂ ਪਾਉਂਦਾ ਜਦੋਂ ਤੁਸੀਂ ਬਾਹਰ ਮੁਖੀ ਹੋ ਕੇ ਕਿਸੇ ਨੀਚ ਅਤੇ ਈਰਖਾਪੂਰਨ ਪਾਪ ਕਰਮ ਨੂੰ ਕਰਨ ਲਈ ਡਰ ਜਾਂਦੇ ਹੋ? ਕੀ ਤੁਹਾਡੀ ਅੰਤਰ ਆਤਮਾ ਮਾਨਸਿਕ ਸ਼ਾਂਤੀ ਅਤੇ ਖਾਮੋਸ਼ੀ ਦੇ ਵਿਰਲੇ ਪਲਾਂ ਵਿੱਚ ਕਿਸੇ ਅਣਜਾਣ ਅਤੇ ਸਦੀਵੀ ਸ਼ਾਂਤੀ ਨੂੰ ਉਛਲ ਕੇ ਪ੍ਰਾਪਤ ਕਰਨ ਲਈ ਅਭਿਲਾਸ਼ਾ ਨਹੀਂ ਕਰਦੀ? ਕਦੀ ਕਦੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਸ ਦੇ ਉੱਪਰ ਨਾ ਤਾਂ ਕੁਦਰਤ ਦੇ ਨਿਯਮ ਲਾਗੂ ਹੁੰਦੇ ਹਨ ਅਤੇ ਨਾ ਹੀ ਮਨ ਉਹਨਾਂ ਦਾ ਸਪਸ਼ਟੀਕਰਨ ਕਰਨ ਵਿੱਚ ਸਮਰਥ ਹੁੰਦਾ ਹੈ। ਕੀ ਇਹ ਸਾਰੇ ਤੁਹਾਨੂੰ ਕਿਸੇ ਅਜਿਹੀ ਪਰਮ ਸੱਤਾ ਦੀ ਜਾਣਕਾਰੀ ਨਹੀਂ ਦਿੰਦੇ ਜੋ ਕੁਦਰਤ ਦੇ ਨਿਯਮਾਂ ਦੇ ਘੇਰੇ ਤੋਂ ਦੂਰ ਅਤੇ ਉਹਨਾਂ ਤੋਂ ਉੱਪਰ ਹੋਵੇ? ਕਿਸੇ ਨੇ ਇਸ ਵਿਲੱਖਣ ਮਨੁੱਖੀ ਸਰੀਰ ਦੀ ਰਚਨਾ ਕੀਤੀ ਜੋ ਸਵੈ ਢਲਣ ਯੋਗ ਅਤੇ ਸਵੈ ਅਨੁਕੂਲ ਬਣਨ ਯੋਗ ਸੈਲਫ ਅਡੈਪਟਿੰਗ ਐਂਡ ਸੈਲਫ ਐਡਜਸਟਿੰਗ ਹੈ, ਜਿਸ ਨੂੰ ਦੇਖ ਕੇ ਸਰਬ ਉੱਚ ਮਨੁੱਖੀ ਬੁੱਧੀ ਵੀ ਚੱਕਰ ਵਿੱਚ ਪੈ ਜਾਂਦੀ ਹੈ। ਮਨੁੱਖ ਦਾ ਦਿਮਾਗ ਕਿਸ ਨੇ ਬਣਾਇਆ? ਗੁਰਦੇ ਕਿਸ ਨੇ ਬਣਾਏ? ਇੱਕ ਕੀੜ ਦੇ ਸਰੀਰ ਵਿੱਚ ਖੂਨ ਕੌਣ ਬਣਾਉਂਦਾ ਹੈ? ਪੰਛੀਆਂ ਦੇ ਖੰਭਾਂ ਨੂੰ ਜਿਸ ਦੀ ਅਸਲੀ ਨਕਲ ਕੋਈ ਮਾਹਿਰ ਚਿੱਤਰਕਾਰ ਵੀ ਨਹੀਂ ਕਰ ਸਕਦਾ, ਇੰਨੇ ਕਲਾਤਮਕ ਢੰਗ ਨਾਲ ਕੌਣ ਬਣਾਉਂਦਾ ਹੈ? ਤੁਸੀਂ ਇਸ ਦੇ ਉੱਤਰ ਵਿੱਚ ਕਹਿ ਸਕਦੇ ਹੋ ਕੁਦਰਤ, ਪਰੰਤੂ ਇਹ ਕੁਦਰਤ ਹੈ ਕੀ ਹੈ? ਇਹ ਚੇਤਨਾ ਰਹਿਤ ਹੈ ਜਾਂ ਚੇਤਨ? ਜੇਕਰ ਇਸ ਨੂੰ ਚੇਤਨਾ ਰਹਿਤ ਮੰਨਾਂਗੇ ਤਾਂ ਕੁਦਰਤ ਦੇ ਦੁਆਰਾ ਅਜਿਹੇ ਅਦਭੁਤ ਅਤੇ ਕੁਸ਼ਲਤਾਪੂਰਵਕ ਕੰਮ ਕਦੀ ਪੂਰੇ ਨਹੀਂ ਕੀਤੇ ਜਾ ਸਕਦੇ, ਅਤੇ ਜੇਕਰ ਕੁਦਰਤ ਨੂੰ ਮਹਾਨ ਚੇਤਨ ਸ਼ਕਤੀ ਮੰਨਾਂਗੇ ਤਾਂ ਉਹ ਇੱਕ ਤਰ੍ਹਾਂ ਪਰਮਾਤਮਾ ਨੂੰ ਹੀ ਮੰਨਣਾ ਹੋਵੇਗਾ। ਬਹੁਤ ਬਰੀਕੀ ਨਾਲ ਨਿਰੀਖਣ ਕਰਨ 'ਤੇ ਇਹ ਪਤਾ ਲੱਗਦਾ ਹੈ ਕਿ ਸੰਸਾਰ ਦੀਆਂ ਸਾਰੀਆਂ ਵਸਤੂਆਂ ਸੰਜੋਗ ਨਾਲ ਹੀ ਨਹੀਂ ਸਗੋਂ ਕਿਸੇ ਨਿਸ਼ਚਿਤ ਨਿਯਮ ਅਤੇ ਵਿਵਸਥਾ ਦੇ ਅਨੁਸਾਰ ਕੰਮ ਕਰ ਰਹੀਆਂ ਹਨ। ਸੂਰਜ, ਚੰਦਰਮਾ, ਤਾਰੇ ਆਦਿ ਨਿਸ਼ਚਿਤ ਗਤੀਆਂ ਨਾਲ ਪਹਿਲਾਂ ਤੋਂ ਨਿਸ਼ਚਿਤ ਮਾਰਗ ਉੱਤੇ ਇੱਕ ਦੂਜੇ ਨਾਲ ਟਕਰਾਉਣ ਤੋਂ ਬਿਨਾਂ ਗਤੀਸ਼ੀਲ ਹਨ।
ਰੁੱਤਾਂ, ਦਿਨ ਅਤੇ ਰਾਤਾਂ ਤਰਤੀਬਵਾਰ ਆਉਂਦੇ ਜਾਂਦੇ ਹਨ। ਬ੍ਰਹਿਮੰਡ ਦੇ ਇਸ ਸਾਰੇ ਨਾਟਕ ਦਾ ਨਿਰਦੇਸ਼ਨ ਅਤੇ ਨਿਯੰਤਰਣ ਕੌਣ ਕਰ ਰਿਹਾ ਹੈ? ਕੀ ਹੈ ਕਿਸੇ ਅਸੀਮ ਚੇਤਨ ਸੱਤਾ ਨੂੰ ਨਹੀਂ ਦਰਸਾਉਂਦਾ, ਜੋ ਲੁਕ ਕੇ ਇਸ ਬ੍ਰਹਿਮੰਡ ਦੀ ਯੋਜਨਾ ਦਾ ਨਿਰਦੇਸ਼ਨ ਕਰ ਰਿਹਾ ਹੈ? ਤੁਹਾਡੇ ਫੇਫੜਿਆਂ ਨੂੰ ਗਤੀ ਕੌਣ ਦਿੰਦਾ ਹੈ? ਤੁਹਾਡੇ ਦਿਲ ਦੀ ਧੜਕਣ ਕੌਣ ਚਲਾਉਂਦਾ ਹੈ? ਤੁਹਾਡੀਆਂ ਅੱਖਾਂ ਨੂੰ ਰੌਸ਼ਨੀ ਕੌਣ ਪ੍ਰਦਾਨ ਕਰਦਾ ਹੈ? ਤੁਹਾਡੇ ਵਾਲਾਂ ਨੂੰ ਕੌਣ ਉਗਾਉਂਦਾ ਹੈ? ਤੁਹਾਡੇ ਮਨ ਨੂੰ ਚਿੰਤਨ ਕੌਣ ਕਰਵਾਉਂਦਾ ਹੈ? ਤੁਹਾਡੇ ਕੰਨਾਂ ਨੂੰ ਸੁਣਨ ਦੀ, ਪੈਰਾਂ ਨੂੰ ਤੁਰਨ ਦੀ ਅਤੇ ਹੱਥਾਂ ਨੂੰ ਫੜਨ ਦੀ ਸਮਰੱਥਾ ਕੌਣ ਦਿੰਦਾ ਹੈ? ਕੀ ਤੁਸੀਂ ਕਦੇ ਇਸ ਕੌਣ ਨੂੰ ਜਾਣਨ ਦਾ ਯਤਨ ਕੀਤਾ ਹੈ? ਵਿਸ਼ਲੇਸ਼ਣਕਾਰ ਚਿੰਤਨ, ਐਨਾਲਿਟੀਕਲ ਥਿੰਕਿੰਗ ਦੀ ਡੂੰਘਾਈ ਵਿੱਚ ਜਾਣ 'ਤੇ ਇਹ ਦ੍ਰਿਸ਼ਟੀਗੋਚਰ ਹੋਣ ਲੱਗਦਾ ਹੈ ਕਿ ਇਸ ਦ੍ਰਿਸ਼ ਸੰਸਾਰ ਸ਼ਬਦ, ਰੂਪ, ਰਸ, ਖੁਸ਼ਬੂ ਅਤੇ ਛੋਹ ਦੇ ਗੁਣਾਂ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਪਰੰਤੂ ਬਿਨਾਂ ਆਧਾਰ ਦੇ ਗੁਣ ਟਿਕਣਗੇ ਕਿੱਥੇ? ਕੀ ਗੁਣ ਬਿਨਾਂ ਗੁਣੀ ਤੋਂ ਰਹਿ ਸਕਦੇ ਹਨ? ਉਹ ਕੀ ਹੈ ਜੋ ਇਹਨਾਂ ਗੁਣਾਂ ਦਾ ਆਧਾਰ ਹੈ ਅਤੇ ਇਹਨਾਂ ਨੂੰ ਸਾਰਪੂਰਨ ਰੂਪ ਦਿੰਦਾ ਹੈ? ਸ੍ਰਿਸ਼ਟੀ ਦੀ ਕਲਪਨਾ ਇੱਕ ਬੇਰੋਕ ਪ੍ਰਵਾਹ ਵਾਲੀ ਊਰਜਾ ਦੇ ਰੂਪ ਵਿੱਚ ਹੀ ਕੀਤੀ ਜਾ ਸਕਦੀ ਹੈ। ਇਸ ਊਰਜਾ ਦਾ ਪ੍ਰਵਾਹ ਕਿੱਥੋਂ ਹੋ ਰਿਹਾ ਹੈ? ਇਸ ਦਾ ਕੋਈ ਨਾ ਕੋਈ ਸੋਮਾ ਜ਼ਰੂਰ ਹੋਵੇਗਾ। ਉਹ ਬੇਅੰਤ ਅਤੇ ਅਮੁੱਕ ਸੋਮਾ ਕੀ ਹੈ ਜਿਸ ਤੋਂ ਇਹ ਸੰਸਾਰ ਰੂਪੀ ਸਾਰੀ ਊਰਜਾ ਵਹਿ ਰਹੀ ਹੈ? ਹਰੇਕ ਵਿਅਕਤੀ ਅਮਰ ਹੋਣਾ ਚਾਹੁੰਦਾ ਹੈ। ਜਾਣੇ ਹਰੇਕ ਵਿਅਕਤੀ ਨਾ ਖਤਮ ਹੋਣ ਵਾਲੇ ਅਥਾਹ ਆਨੰਦ ਦੀ ਖੋਜ ਕਰ ਰਿਹਾ ਹੈ। ਜੀਵਨ ਵਿੱਚ ਗਿਆਨ ਪ੍ਰਾਪਤੀ ਦੀ ਵੀ ਇੱਕ ਵਿਆਪਕ ਅਤੇ ਸੁਭਾਵਿਕ ਅੰਤਰ ਪ੍ਰੇਰਨਾ ਹੁੰਦੀ ਹੈ। ਤੁਸੀਂ ਸਦਾ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੁੰਦੇ ਹੋ। ਇਹਨਾਂ ਸਾਰਿਆਂ ਦਾ ਕਾਰਨ ਕੀ ਹੈ? ਕੀ ਇਹ ਦੂਜੇ ਸ਼ਬਦਾਂ ਵਿੱਚ ਸੰਕੇਤ ਨਹੀਂ ਦਿੰਦੇ ਕਿ ਅਮਰ ਜੀਵਨ, ਅਥਾਹ ਆਨੰਦ ਅਤੇ ਪੂਰਨ ਗਿਆਨ ਵਰਗੀ ਵੀ ਕੋਈ ਵਸਤੂ ਮੌਜੂਦ ਹੈ? ਕੀ ਇਹ ਪੂਰਨ ਸੱਚ, ਚੇਤਨ ਆਨੰਦ, ਸੱਚਿਦਾਨੰਦ ਹੋਂਦ ਦੀ ਹੀ ਨਹੀਂ ਜੋ ਤੁਹਾਨੂੰ ਹਮੇਸ਼ਾ ਅੰਦਰੋਂ ਪੁਕਾਰ ਰਹੀ ਹੈ ਅਤੇ ਜੋ ਬਾਹਰੋਂ ਵੀ ਵਿਕਾਸ ਦੇ ਰਸਤੇ 'ਤੇ ਤੁਹਾਨੂੰ ਆਕਰਸ਼ਿਤ ਕਰ ਰਹੀ ਹੈ? ਸੰਸਾਰ ਦੀਆਂ ਵਸਤੂਆਂ ਵਿੱਚ ਨਿੱਤ ਪਰਿਵਰਤਨਸ਼ੀਲਤਾ ਸਾਡੇ ਵਿੱਚੋਂ ਹਰ ਇੱਕ ਦਾ ਆਮ ਅਨੁਭਵ ਹੈ। ਹੁਣ ਕਿਸੇ ਵਸਤੂ, ਮੰਨ ਲਓ ਕਿ ਉਹ ਵਸਤੂ ਊੜਾ ਹੈ ਅਤੇ ਇੱਕ ਪਰਿਵਰਤਨ ਸਿਰਫ ਉਸ ਸਮੇਂ ਜਾਣਿਆ ਜਾ ਸਕਦਾ ਹੈ ਜਦੋਂ ਕਿ ਆੜਾ ਨਾਮਕ ਕੋਈ ਦੂਜੀ ਵਸਤੂ ਹੋਵੇ ਜਿਹੜੀ ਊੜੇ ਦੀ ਤੁਲਨਾ ਵਿੱਚ ਘੱਟ ਪਰਿਵਰਤਨਸ਼ੀਲ ਹੋਵੇ। ਦੁਬਾਰਾ ਆੜੇ ਵਿੱਚ ਹੋਣ ਵਾਲੇ ਪਰਿਵਰਤਨ ਸਿਰਫ ਉਦੋਂ ਹੀ ਜਾਣੇ ਜਾ ਸਕਣਗੇ ਜਦੋਂ ਈੜੀ ਨਾਮਕ ਕੋਈ ਵਸਤੂ ਹੋਵੇ ਜਿਹੜੀ ਆੜੇ ਨਾਲੋਂ ਘੱਟ ਪਰਿਵਰਤਨਸ਼ੀਲ ਹੋਵੇ। ਇਸੇ ਤਰ੍ਹਾਂ ਈੜੀ ਵਿੱਚ ਹੋਣ ਵਾਲੇ ਪਰਿਵਰਤਨ ਦਾ ਅਨੁਭਵ ਜ਼ਰੂਰ ਹੀ ਕਿਸੇ ਸੱਸੇ ਨਾਮਕ ਅਜੀਬ ਵਸਤੂ ਦੀ ਲੋੜ ਹੈ ਜੋ ਈੜੀ ਤੋਂ ਵੀ ਘੱਟ ਪਰਿਵਰਤਨਸ਼ੀਲ ਹੋਵੇ ਅਤੇ ਇਸੇ ਤਰ੍ਹਾਂ ਲਗਾਤਾਰ ਤੁਲਨਾ ਕਰਦੇ ਹੋਏ ਅੰਤ ਵਿੱਚ ਅਸੀਂ ਕਿਸੇ ਅਜੀਬ ਵਸਤੂ ਤੱਕ ਪਹੁੰਚਦੇ ਹਾਂ ਜੋ ਪੂਰਨ ਰੂਪ ਵਿੱਚ ਅਪਰਿਵਰਤਨਸ਼ੀਲ ਹੋਵੇ। ਭਾਵ ਕਿ ਪਰਿਵਰਤਨਸ਼ੀਲਤਾ ਦਾ ਅਨੁਭਵ ਸਿਰਫ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਕੋਈ ਅਜਿਹਾ ਵਸਤੂ ਹੋਵੇ ਜਿਸ ਵਿੱਚ ਥੋੜ੍ਹਾ ਜਿਹਾ ਵੀ ਪਰਿਵਰਤਨ ਨਾ ਹੋਵੇ, ਉਹ ਨਾ ਬਦਲਣ ਵਾਲੀ ਕੋਈ ਵਸਤੂ ਹੋਵੇ। ਤੁਸੀਂ ਕਹਿੰਦੇ ਹੋ ਅੱਜ ਤੋਂ 20 ਸਾਲ ਪਹਿਲਾਂ ਫਲਾਣੀਆਂ ਚੀਜ਼ਾਂ, ਜਿਨ੍ਹਾਂ ਵਸਤੂਆਂ ਨੂੰ ਜਿਸ ਮੈਂ ਨਹੀਂ ਦੇਖਿਆ ਸੀ ਉਹੀ ਮੈਂ ਵਰਤਮਾਨ ਕਾਲ ਵਿੱਚ ਇਹਨਾਂ ਵਸਤੂਆਂ ਨੂੰ ਦੇਖ ਰਿਹਾ ਹੈ। ਤੁਹਾਡਾ ਅਜਿਹਾ ਕਥਨ ਸਿੱਧ ਕਰਦਾ ਹੈ ਕਿ ਵਰਤਮਾਨ ਵਿੱਚ ਆਪ ਉਹੀ ਹੈ ਜੋ ਅੱਜ ਤੋਂ 20 ਸਾਲ ਪਹਿਲਾਂ ਸੀ, ਅਰਥਾਤ ਤੁਹਾਡਾ ਅੱਜ ਤੋਂ 20 ਸਾਲ ਪਹਿਲਾਂ ਦਾ ਜੋ ਮੈਂ ਸੀ ਉਹੀ ਤੁਹਾਡਾ ਮੈਂ ਅੱਜ ਵੀ ਉਵੇਂ ਦਾ ਉਵੇਂ ਹੀ ਮੌਜੂਦ ਹੈ। ਇਹ ਪਰਿਵਰਤਨ ਰਹਿਤ ਮੈਂ ਕੌਣ ਹੈ ਜਿਸ ਦੇ ਭੂਤਕਾਲ ਅਤੇ ਵਰਤਮਾਨ ਕਾਲ ਵਿੱਚ ਨਿੱਤ ਮੌਜੂਦ ਹੋਣ ਦਾ ਤੁਸੀਂ ਐਲਾਨ ਕਰਦੇ ਹੋ? ਤੁਹਾਡਾ ਸਥੂਲ ਸਰੀਰ ਤਾਂ ਇਹ ਮੈਂ ਹੈ ਹੀ ਨਹੀਂ ਸਕਦਾ, ਕਿਉਂਕਿ ਉਸ ਸਥੂਲ ਸਰੀਰ ਵਿੱਚ ਤਾਂ ਪਰਿਵਰਤਨ ਹੋ ਗਿਆ, ਅਰਥਾਤ ਜੋ ਅੱਜ ਤੋਂ 20 ਸਾਲ ਪਹਿਲਾਂ ਤੁਹਾਡਾ ਸਰੀਰ ਸੀ ਉਹ ਅੱਜ ਨਹੀਂ ਹੈ। ਇਸ ਤਰ੍ਹਾਂ ਤੁਹਾਡੇ ਮਨ, ਬੁੱਧੀ, ਚਿੱਤ ਅਤੇ ਹੰਕਾਰ ਵੀ ਬਿਲਕੁਲ ਬਦਲ ਗਏ। ਸੋ ਇਸ ਲਈ ਤੁਹਾਡਾ ਇਹ ਮੈਂ ਕੌਣ ਹੈ? ਜਿਵੇਂ ਤੁਹਾਡਾ ਮੈਂ ਦੀ ਅਪਰਿਵਰਤਨਸ਼ੀਲਤਾ ਦਾ ਇਹ ਉਪਰੋਕਤ ਸਹਿਜ ਅਨੁਭਵ ਹੈ, ਇਸੀ ਤਰ੍ਹਾਂ ਹਰੇਕ ਵਿਅਕਤੀ ਦੇ ਮੈਂ ਦਾ ਵੀ ਇਹ ਸਹਿਜ ਅਨੁਭਵ ਹੈ। ਹੁਣ ਬਾਕੀ ਰਹੀ ਭਵਿੱਖ ਕਾਲ ਵਿੱਚ ਇਸ ਮੈਂ ਦੇ ਮੌਜੂਦ ਹੋਣ ਦੀ ਗੱਲ, ਤਾਂ ਮੈਂ ਨੂੰ ਮੈਂ ਨਹੀਂ ਹਾਂ ਦਾ ਅਨੁਭਵ ਹੋਣਾ ਬਿਲਕੁਲ ਸੰਭਵ ਨਹੀਂ ਹੈ। ਇਸ ਗੱਲ ਪਹਿਲਾਂ ਹੀ ਦੱਸੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਧਾਰਮਿਕ ਅਤੇ ਸ਼ੁੱਧ ਮਨ ਹਿਰਦੇ ਵਾਲੇ ਵਿਅਕਤੀਆਂ ਅਤੇ ਯੋਗੀਆਂ ਦੁਆਰਾ ਕਈ ਗੱਲਾਂ ਵਿੱਚ ਪਹਿਲਾਂ ਤੋਂ ਹੀ ਭਵਿੱਖ ਦਾ ਪੂਰਾ ਗਿਆਨ ਕਰ ਲੈਣਾ ਬਿਲਕੁਲ ਅਸਲੀਅਤ ਹੈ ਅਤੇ ਉਹਨਾਂ ਦੀ ਸਮਰੱਥਾ 'ਤੇ ਨਿਰਸੰਦੇਹ ਵਿਸ਼ਵਾਸ ਕੀਤਾ ਜਾ ਸਕਦਾ। ਇਹਨਾਂ ਗੱਲਾਂ ਦਾ ਸਪਸ਼ਟੀਕਰਨ ਹੋਰ ਕਿਵੇਂ ਕੀਤਾ ਜਾ ਸਕਦਾ ਬਿਨਾਂ ਇਹ ਮੰਨੇ ਕਿ ਮੈਂ ਕਾਲ ਦੀ ਉਸ ਕਲਾ ਵਿੱਚ ਹੀ ਵਰਤਮਾਨ ਹੈ ਜਿਸ ਨੂੰ ਇੱਕ ਵਿਅਕਤੀ ਭਵਿੱਖ ਦੇ ਰੂਪ ਵਿੱਚ ਅਪ੍ਰਤੱਖ ਰੂਪ ਨਾਲ ਪ੍ਰਤੀਤ ਕਰਦਾ ਹੈ? ਕੀ ਇਸ ਤੋਂ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ ਕਿ ਮੈਂ ਦੀ ਹੋਂਦ ਬਿਨਾਂ ਕਿਸੇ ਪਰਿਵਰਤਨ ਤੋਂ ਹੀ ਭੂਤ, ਵਰਤਮਾਨ ਅਤੇ ਭਵਿੱਖ ਕਾਲ ਵਿੱਚ ਹਮੇਸ਼ਾ ਮੌਜੂਦ ਰਹਿੰਦੀ ਹੈ? ਜ਼ਿਆਦਾ ਸਹੀ ਤਾਂ ਇਹ ਕਹਿਣਾ ਹੋਵੇਗਾ ਕਿ ਸਾਰੇ ਭੂਤ, ਵਰਤਮਾਨ ਅਤੇ ਭਵਿੱਖ ਦੀ ਹੋਂਦ ਇਸ ਸੱਚੇ ਮੈਂ ਤੋਂ ਹੀ ਜਾਂ ਇਸ ਸੱਚੇ ਮੈਂ ਵਿੱਚ ਹੀ ਹੈ। ਇੰਦਰੀਆਂ ਦੀ ਪਹੁੰਚ ਤੋਂ ਪਰੇ ਦੇ ਗਿਆਨ ਦੀਆਂ ਗੱਲਾਂ ਜਿਵੇਂ ਕਿ ਦੂਰ ਸੰਵੇਦਨਾ, ਟੈਲੀਪੈਥੀ, ਦੂਰਦਰਸ਼ਨ, ਕਲੇਰੀਵੋਇੰਸ ਅਤੇ
ਦੂਰ ਸਰਵਨ ਕਲੇਰੀ ਆਡੀਅנס ਆਦਿ, ਜਿਸ ਨੂੰ ਕਿ ਹੁਣ ਆਧੁਨਿਕ ਮਨੋਵਿਗਿਆਨ ਸਵੀਕਾਰ ਕਰ ਰਿਹਾ ਹੈ, ਸਧਾਰਨ ਵਿਵਹਾਰਿਕ ਜੀਵਨ ਵਿੱਚ ਵੀ ਵਾਪਰਦੀਆਂ ਹੀ ਰਹਿੰਦੀਆਂ ਹਨ। ਕੀ ਇਸ ਨਾਲ ਵਿਦਾਂਤ ਦੇ ਇਸ ਸੱਚ ਦੀ ਪੁਸ਼ਟੀ ਨਹੀਂ ਹੁੰਦੀ ਕਿ ਸਾਰੇ ਦੇਸ਼ ਅਤੇ ਕਾਲ ਵਿੱਚ ਇਸ ਵਾਸਤਵਿਕ ਮੈਂ ਦੀ ਦ੍ਰਿਸ਼ਟੀ ਵਿੱਚ ਕੁਝ ਵੀ ਹੋਂਦ ਨਹੀਂ ਰੱਖਦੇ, ਜਾਂ ਜੇਕਰ ਉਹਨਾਂ ਦੀ ਹੋਂਦ ਹੈ ਵੀ ਤਾਂ ਵੀ ਇਸ ਮੈਂ ਦਾ ਵੱਖਰੀ ਉਹਨਾਂ ਦੀ ਆਪਣੀ ਸੁਤੰਤਰ ਹੋਂਦ ਨਹੀਂ ਹੈ। ਇਹ ਮੈਂ ਕੀ ਹੈ ਜਿਸ ਦੇ ਸਾਹਮਣੇ ਸਾਰਾ ਦੇਸ਼ ਅਤੇ ਕਾਲ ਸੁੰਗੜ ਕੇ ਜ਼ੀਰੋ ਹੋ ਜਾਂਦਾ ਹੈ। ਉੱਚੇ ਉੱਠੋ ਅਤੇ ਇਸ ਅਸਲ ਮੈਂ ਨੂੰ ਜਾਣੋ। ਇਹ ਬਿਲਕੁਲ ਸੱਚ ਹੀ ਕਿਹਾ ਗਿਆ ਹੈ ਕਿ ਮੈਂ ਨੂੰ ਜਾਣਨਾ ਹੀ ਰੱਬ ਤੱਕ ਪਹੁੰਚਣਾ ਹੈ। ਸੰਸਾਰ ਵਿੱਚ ਅਜੇ ਵਿਅਕਤੀ ਵਿਸ਼ੇਸ਼ ਤੌਰ 'ਤੇ ਧਾਰਮਿਕ ਸੱਜਣ ਮਿਲਦੇ ਹਨ ਜੋ ਸੰਸਾਰ, ਸਰੀਰ ਅਤੇ ਮਨ ਆਦਿ ਨੂੰ ਮਿੱਥਿਆ ਮੰਨ ਕੇ ਉਹਨਾਂ ਨੂੰ ਨਕਾਰਦੇ ਰਹਿੰਦੇ ਹਨ। ਇਹ ਨਕਾਰਨਾ ਕਿਵੇਂ ਸੰਭਵ ਹੁੰਦਾ ਜੇਕਰ ਮਨੁੱਖ ਵਿੱਚ ਸਰੀਰ, ਮਨ, ਬੁੱਧੀ ਅਤੇ ਹੰਕਾਰ ਤੋਂ ਇਲਾਵਾ ਕੋਈ ਹੋਰ ਚੀਜ਼ ਨਾ ਹੁੰਦੀ? ਇਹ ਉਹਨਾਂ ਲੋਕਾਂ ਤੋਂ ਪੁੱਛਣਾ ਚਾਹੀਦਾ ਹੈ ਜੋ ਸਰੀਰ, ਮਨ, ਬੁੱਧੀ, ਹੰਕਾਰ ਆਦਿ ਤੋਂ ਦੂਰ ਆਤਮਾ ਦੀ ਹੋਂਦ ਸੱਤਾ ਨੂੰ ਨਹੀਂ ਮੰਨਦੇ। ਆਧੁਨਿਕ ਵਿਗਿਆਨ ਹੁਣ ਅਜਿਹੀ ਸਥਿਤੀ ਵੱਲ ਮੁੜ ਰਿਹਾ ਹੈ ਜਿੱਥੇ ਉਹ ਇਹ ਸਵੀਕਾਰ ਕਰਨ ਲੱਗਾ ਹੈ ਕਿ ਹਰੇਕ ਪਦਾਰਥ ਦੇ ਪਿੱਛੇ ਇੱਕ ਪੂਰਨ ਸ਼ਕਤੀ ਦਾ ਭੰਡਾਰ ਹੈ। ਵਿਕਾਸਵਾਦ ਦੇ ਸਿਧਾਂਤ ਦਾ ਸਪਸ਼ਟੀਕਰਨ ਵੀ ਹੁਣ ਯੰਤਰਵਾਦ ਦੇ ਆਧਾਰ 'ਤੇ ਔਨ ਮਕੈਨੀਕਲ ਲਾਈਨਸ ਪਹਿਲਾਂ ਤੋਂ ਘੱਟ ਕੀਤਾ ਜਾ ਰਿਹਾ ਹੈ, ਅਤੇ ਇਹ ਸਪਸ਼ਟੀਕਰਨ ਹੁਣ ਇਸ ਆਧਾਰ 'ਤੇ ਵਧੇਰਾ ਕੀਤਾ ਜਾ ਰਿਹਾ ਹੈ ਕਿ ਹਰੇਕ ਵਸਤੂ ਦੇ ਅੰਦਰ ਪਹਿਲਾਂ ਤੋਂ ਹੀ ਸਹਿਜ ਸੁਤੰਤਰਤਾ ਹਮੇਸ਼ਾ ਤੋਂ ਰਹਿੰਦੀ ਹੈ। ਆਧੁਨਿਕ ਮਨੋਵਿਗਿਆਨ ਨੇ ਹੁਣ ਉਹ ਪਰਮ ਚੇਤਨ ਸੱਤਾ ਤੋਂ ਸਵੀਕਾਰ ਕਰ ਲਿਆ ਹੈ ਜੋ ਬੇਅੰਤ ਅਤੇ ਵਿਹਾਰਿਕ ਵਿਅਕਤੀਗਤ ਚੇਤਨਾਵਾਂ ਜਿਸ ਦੇ ਅਧੂਰੇ ਪਰਛਾਵੇਂ ਮਾਤਰ ਹਨ। ਜਿਵੇਂ ਵਿਗਿਆਨ ਅਤੇ ਹੋਰ ਵਿਗਿਆਨ ਵੀ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਦੀ ਹੋਂਦ ਨੂੰ ਅਸਿੱਧੇ ਰੂਪ ਨਾਲ ਸਵੀਕਾਰ ਕਰਨ ਲੱਗੇ ਹਨ। ਪਰਮਾਤਮਾ ਦੀ ਹੋਂਦ ਨੂੰ ਨਾ ਮੰਨਣ ਦਾ ਕੋਈ ਤਰਸ ਸੰਗਤ ਕਾਰਨ ਵੀ ਤਾਂ ਨਹੀਂ ਹੈ। ਪ੍ਰਭੂ ਦੇ ਨਾ ਹੋਣ ਦਾ ਪ੍ਰਮਾਣ ਵੀ ਕੀ ਹੈ? ਕੀ ਤੁਸੀਂ ਪਰਮਾਤਮਾ ਦੀ ਹੋਂਦ ਨੂੰ ਇਸ ਲਈ ਨਹੀਂ ਮੰਨਦੇ ਕਿ ਉਹ ਵਿਖਾਈ ਨਹੀਂ ਦਿੰਦਾ? ਤਾਰੇ ਵੀ ਤਾਂ ਦਿਨ ਵਿੱਚ ਦਿਖਾਈ ਨਹੀਂ ਦਿੰਦੇ, ਪਰੰਤੂ ਇਸ ਕਾਰਨ ਹੀ ਉਹਨਾਂ ਦੀ ਹੋਂਦ ਨੂੰ ਅਸਵੀਕਾਰ ਨਹੀਂ ਕੀਤਾ ਜਾ ਸਕਦਾ। ਦੁੱਖ ਸੁੱਖ ਆਦਿ ਵੀ ਤਾਂ ਦਿਖਾਈ ਨਹੀਂ ਦਿੰਦੇ। ਕੀ ਤੁਸੀਂ ਉਹਨਾਂ ਸਾਰੀਆਂ ਵਸਤੂਆਂ, ਸਥਾਨਾਂ ਜਾਂ ਪ੍ਰਸਥਿਤੀਆਂ ਦੀ ਹੋਂਦ ਨੂੰ ਜਿਨ੍ਹਾਂ ਤੋਂ ਤੁਸੀਂ ਦੇਖਿਆ ਨਹੀਂ ਹੈ ਅਸਵੀਕਾਰ ਕਰ ਸਕਦੇ ਹੋ? ਕੀ ਸਾਨੂੰ ਆਪਣੇ ਦਾਦੇ ਪੜਦਾਦੇ ਦੀ ਹੋਂਦ ਇਸ ਲਈ ਅਸਵੀਕਾਰ ਕਰ ਦੇਣੀ ਚਾਹੀਦੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਦੇਖਿਆ ਨਹੀਂ ਹੈ ਅਤੇ ਦੇਖ ਨਹੀਂ ਸਕਦੇ? ਸਾਡੇ ਪਿਤਾ ਹੀ ਸਾਡੇ ਦਾਦੇ ਦੀ ਹੋਂਦ ਦਾ ਸਭ ਤੋਂ ਵੱਡਾ ਸਬੂਤ ਹਨ। ਇਸੇ ਤਰ੍ਹਾਂ ਜੇਕਰ ਸਾਨੂੰ ਪਰਮਾਤਮਾ ਦੀ ਮੌਜੂਦਗੀ ਦਾ ਪ੍ਰਤੱਖ ਗਿਆਨ ਨਹੀਂ ਹੁੰਦਾ ਤਾਂ ਇਸ ਦਾ ਅਰਥ ਇਹ ਨਹੀਂ ਹੈ ਕਿ ਉਹਨਾਂ ਦੀ ਹੋਂਦ ਹੀ ਨਹੀਂ ਹੈ। ਪਰਮਾਤਮਾ ਦੀ ਹੋਂਦ ਦਾ ਸਭ ਤੋਂ ਵੱਡਾ ਸਬੂਤ ਉਹਨਾਂ ਦੇ ਭਗਤ ਜਾਂ ਸੰਤ ਹਨ ਜਿਨ੍ਹਾਂ ਨੇ ਉਸ ਨੂੰ ਦੇਖਿਆ ਅਤੇ ਜਿਨ੍ਹਾਂ ਦੇ ਅੰਦਰ ਉਹ ਨਿਰਸੰਦੇਹ ਵਿਸ਼ੇਸ਼ ਰੂਪ ਨਾਲ ਪ੍ਰਗਟ ਰਹਿੰਦਾ ਹੈ। ਇਸ ਲਈ ਸਾਨੂੰ ਉਹਨਾਂ ਦੇ ਸੱਤ ਵਚਨਾਂ 'ਤੇ ਸ਼ਰਧਾ ਰੱਖਣੀ ਚਾਹੀਦੀ ਹੈ ਅਤੇ ਪਰਮਾਤਮਾ ਦੀ ਮੁਲਾਕਾਤ ਦਾ ਜੋ ਰਸਤਾ ਉਹ ਦੱਸਣ ਉਸ 'ਤੇ ਦ੍ਰਿੜਤਾ ਨਾਲ ਚੱਲਣਾ ਚਾਹੀਦਾ ਹੈ। ਪਰਮਾਤਮਾ ਦੀ ਮੌਜੂਦਗੀ ਦੇ ਪ੍ਰਤੱਖ ਅਨੁਭਵ ਹੀ ਪਰਮਾਤਮਾ ਦੇ ਨਾ ਹੋਣ ਦੇ ਸ਼ੱਕ ਦਾ ਪੂਰਨ ਨਿਵਾਰਨ ਕਰ ਸਕਦੇ ਹਨ। ਪਰਮਾਤਮਾ ਦੇ ਹੋਣ ਦਾ ਪ੍ਰਮਾਣ ਦਿੱਤਾ ਜਾ ਸਕੇ ਜਾਂ ਨਾ, ਪਰ ਪਰਮਾਤਮਾ ਹੈ। ਲੋਕ ਪੁੱਛਦੇ ਹਨ ਕਿ ਪਰਮਾਤਮਾ ਦੀ ਹੋਂਦ ਹੈ? ਪ੍ਰਭੂ ਦਰਸ਼ਨ ਤੋਂ ਧੰਨ ਧੰਨ ਹੋਇਆ ਮਹਾਂਪੁਰਖ ਪ੍ਰਸ਼ਨ ਰੂਪ ਉੱਤਰ ਦਿੰਦਾ, ਪਰਮਾਤਮਾ ਤੋਂ ਬਿਨਾਂ ਕੀ ਹੋਰ ਕਿਸੇ ਵਸਤੂ ਦੀ ਵੀ ਹੋਂਦ ਹੈ? ਸਧਾਰਨ ਵਿਅਕਤੀ ਪੁੱਛਦੇ ਹਨ ਪਰਮਾਤਮਾ ਕਿੱਥੇ ਹੈ? ਪ੍ਰਭੂ ਕਿਰਪਾ ਪ੍ਰਾਪਤ ਵਿਅਕਤੀ ਉੱਤਰ ਵਿੱਚ ਕਹਿੰਦਾ ਹੈ ਪਰਮਾਤਮਾ ਕਿੱਥੇ ਨਹੀਂ ਹੈ। ਹਾਂ ਪਿਆਰੇ ਮਿੱਤਰ, ਪਰਮਾਤਮਾ ਜ਼ਰੂਰ ਹੀ ਹੈ। ਉਹ ਸਦਾ ਤੁਹਾਡੇ ਨਾਲ ਹੈ ਅਤੇ ਤੁਹਾਡੇ ਵਿੱਚ ਹੈ। ਸਗੋਂ ਐਵੇਂ ਕਹੋ ਕਿ ਤੁਸੀਂ ਵੀ ਉਸ ਦੇ ਵਿੱਚ ਹੋ ਅਤੇ ਤੁਹਾਡੀ ਹੋਂਦ ਉਸੇ ਤੋਂ ਹੈ, ਬਲਕਿ ਉਸ ਦੇ ਨਾਲ ਹੀ ਹੈ। ਉਹ ਕਿਤੇ ਦੂਰ ਦੁਰਾਡੇ ਬੱਦਲਾਂ ਵਿੱਚ ਸਥਿਤ ਨਹੀਂ ਹੈ ਜਿੱਥੇ ਉਹ ਰਹੱਸਮਈ ਆਦੇਸ਼ ਦੇ ਰਿਹਾ ਹੋਵੇ ਅਤੇ ਸ੍ਰਿਸ਼ਟੀ ਚੱਕਰ ਚਲਾ ਰਿਹਾ ਹੋਵੇ। ਸਾਰਿਆਂ ਦੇ ਦਿਲ ਵਿੱਚ ਉਹ ਮੌਜੂਦ ਹੈ। ਖੁਦ ਗਤੀਸ਼ੀਲ ਹੋਏ ਬਿਨਾਂ ਉਹ ਆਪਣੀ ਮੂਲਭੂਤੀ ਸ਼ਕਤੀ ਦੁਆਰਾ ਸਭ ਨੂੰ ਨਿਯੰਤਰਣ ਰੂਪ ਨਾਲ ਚਲਾ ਰਿਹਾ ਹੈ। ਅਸਲ ਵਿੱਚ ਉਹ ਹੀ ਸਾਰੇ ਬ੍ਰਹਿਮੰਡ ਦਾ ਅਚਲ ਸੰਚਾਲਕ ਹੈ। ਪਰਮਾਤਮਾ ਸਾਰਿਆਂ ਦੇ ਅੰਦਰ ਮੌਜੂਦ ਹੈ ਅਤੇ ਸਭ ਤੋਂ ਪਰੇ ਵੀ ਹੈ। ਸਭ ਕੁਝ ਉਹੀ ਹੈ, ਪਰ ਉਹ ਸਿਰਫ ਸਭ ਕੁਝ ਹੀ ਨਹੀਂ ਹੈ, ਸਗੋਂ ਸਭ ਕੁਝ ਤੋਂ ਪਰੇ ਵੀ ਹੈ। ਅਸਲ ਵਿੱਚ ਉਸ ਦੀ ਸੱਤਾ 'ਤੇ ਅਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ। ਜੋ ਉਸ ਦੀ ਹੋਂਦ 'ਤੇ ਵਿਸ਼ਵਾਸ ਨਹੀਂ ਕਰਦਾ ਉਸ ਦੀ ਤੁਲਨਾ ਉਸ ਮੱਛੀ ਨਾਲ ਕੀਤੀ ਜਾਂਦੀ ਹੈ ਜਿਹੜੀ ਜਲ ਵਿੱਚ ਰਹਿ ਕੇ ਵੀ ਜਲ ਦੀ ਹੋਂਦ ਵਿੱਚ ਵਿਸ਼ਵਾਸ ਨਾ ਕਰਦੀ ਹੋਵੇ, ਜਾਂ ਉਸ ਪ੍ਰਤੀਬਿੰਬ ਨਾਲ ਕੀਤੀ ਜਾ ਸਕਦੀ ਹੈ ਜੋ ਆਪਣੇ ਮੂਲ ਰੂਪ ਵਿੱਚ ਹੋਣ ਦੀ ਵਿਸ਼ਵਾਸ ਨਾ ਕਰੇ। ਹਾਂ ਮਿੱਤਰਾ, ਪਰਮਾਤਮਾ ਤੁਹਾਡੇ ਸਾਹ ਤੋਂ ਵੀ, ਤੁਹਾਡੀ ਸੁਖਮਨਾ ਨਾੜੀ ਤੋਂ ਵੀ ਤੁਹਾਡੇ ਜ਼ਿਆਦਾ ਨੇੜੇ ਹੈ। ਸੁਖਮਨਾ ਨਾੜੀ ਕਿਸ ਨੂੰ? ਜਿਸ ਨੂੰ ਸੁਸ਼ਮਨਾ ਨਾੜੀ, ਰੀੜ੍ਹ ਦੀ ਹੱਡੀ ਵਿੱਚੋਂ ਜਾਂਦੀ ਨਾੜੀ ਜੋ ਆਮ ਤੌਰ 'ਤੇ ਬੰਦ ਰਹਿੰਦੀ ਹੈ। ਪ੍ਰਾਣਾਯਾਮ ਦਾ ਜੂਝੇ ਮਾਨਸਿਕ ਅਭਿਆਸ ਨਾਲ ਇਸ ਨੂੰ ਖੋਲ੍ਹਣ ਦੇ ਤੇ ਵਿਅਕਤੀ ਨੂੰ ਅਸਾਧਾਰਨ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ ਜੋ ਦੈਵੀ ਸ਼ਕਤੀ ਨਾਲ ਸਾਧਕ ਨੂੰ ਜੋੜ ਕੇ ਆਨੰਦ ਪ੍ਰਦਾਨ ਕਰਦੀਆਂ ਹਨ। ਇਸ ਨੂੰ ਕਹਿੰਦੇ ਹਨ ਸੁਖਮਨਾ ਨਾੜੀ।
ਹਾਂ, ਉਹ ਤੁਹਾਡੇ ਪ੍ਰਾਣਾਂ ਦਾ ਵੀ ਪ੍ਰਾਣ, ਮਨ ਦਾ ਵੀ ਮਨ, ਸਰਬਣਾ ਦਾ ਸਰਬਣ ਅਤੇ ਤੁਹਾਡੀ ਬਾਣੀ ਦਾ ਵੀ ਬਾਣੀ ਹੈ। ਅਕਾਲ ਪੁਰਖ ਉਹ ਪਰਮ ਕਿਰਪਾਲੂ ਅਲੌਕਿਕ ਪਰਮ ਪਿਤਾ ਹੈ, ਜੋ ਤੁਹਾਨੂੰ ਤੁਹਾਡੇ ਸੰਸਾਰਕ ਪਿਤਾ ਅਤੇ ਮਾਤਾ ਤੋਂ, ਭੈਣ ਅਤੇ ਭਰਾ ਤੋਂ ਅਤੇ ਤੁਹਾਡੀ ਪਤਨੀ ਅਤੇ ਤੁਹਾਡੇ ਸਾਰੇ ਮਿੱਤਰਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ ਹੈ। ਅਸਲ ਵਿੱਚ ਇਹ ਤੁਸੀਂ ਹੀ ਹੋ ਜੋ ਅਜੇ ਪਰਮ ਕਿਰਪਾਲੂ ਪ੍ਰਭੂ ਤੋਂ ਬੇਮੁਖ ਹੋ ਗਏ ਹੋ। ਇਹ ਤੁਸੀਂ ਹੀ ਹੋ ਜੋ ਉਸ ਨਾਲ ਵਿਸ਼ਵਾਸਘਾਤ ਕਰ ਬੈਠੇ ਹੋ। ਸੱਚਮੁੱਚ ਇਹ ਤੁਸੀਂ ਹੀ ਹੋ ਜੋ ਇੱਧਰ ਉੱਧਰ ਭਟਕ ਰਹੇ ਹੋ। ਸਮਝ ਲਓ ਕਿ ਛਲ ਨਾਲ ਉਸ ਦੀ ਹੱਥੋਂ ਨਿਕਲ ਕੇ ਭੱਜਣ ਦਾ ਯਤਨ ਕਰ ਰਹੇ ਹੋ। ਇਹ ਤੁਹਾਡੀ ਧੁੰਦਲੀ ਦ੍ਰਿਸ਼ਟੀ ਦੇ ਕਾਰਨ ਹੀ ਪਰਮਾਤਮਾ ਤੁਹਾਨੂੰ ਇੱਕ ਨਿਰੀ ਕਲਪਨਾ ਅਤੇ ਅਜੀਬ ਵਸਤੂ ਪ੍ਰਤੀਤ ਹੁੰਦੀ ਹੈ, ਜੋ ਨਾ ਹੀ ਜਾਣੀ ਅਤੇ ਨਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਨੇਤਰਹੀਨ ਵਿਅਕਤੀ ਨੂੰ ਜੇਕਰ ਸੂਰਜ ਦਿਖਾਈ ਨਹੀਂ ਦਿੰਦਾ ਜਾਂ ਕਿਸੇ ਦੀ ਦੋਸ਼ ਵਾਲੀ ਦ੍ਰਿਸ਼ਟੀ ਹੋਣ ਦੇ ਕਾਰਨ ਜਿਵੇਂ ਦਾ ਸੂਰਜ ਹੈ ਉਵੇਂ ਦਾ ਹੀ ਉਸ ਨੂੰ ਦਿਖਾਈ ਨਾ ਦੇਵੇ, ਤਾਂ ਕਿ ਉਸ ਨੂੰ ਸੂਰਜ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕਰਨਾ ਚਾਹੀਦਾ। ਕਿਸੇ ਦੀ ਦ੍ਰਿਸ਼ਟੀ ਜੇਕਰ ਸੱਚ ਤੱਕ ਪਹੁੰਚਣ ਵਿੱਚ ਅਸਮਰਥ ਹੋਵੇ ਜਾਂ ਸਫਲ ਰਹੇ ਤਾਂ ਕਿ ਉਸ ਨੂੰ ਝੂਠ ਦੇ ਪਿੱਛੇ ਲੱਗ ਜਾਣਾ ਚਾਹੀਦਾ ਹੈ। ਕੀ ਸਾਨੂੰ ਜ਼ਹਿਰ ਲਈ ਇਸ ਲਈ ਪੀ ਲੈਣਾ ਚਾਹੀਦਾ ਹੈ ਕਿ ਅੰਮ੍ਰਿਤ ਸਾਡੀ ਪਹੁੰਚ ਤੋਂ ਦੂਰ ਹੈ? ਜੇਕਰ ਗਿਆਨ ਦੀ ਪ੍ਰਾਪਤੀ ਸਾਡੇ ਲਈ ਮੁਸ਼ਕਿਲ ਹੋਵੇ ਤਾਂ ਕਿ ਸਾਨੂੰ ਅਗਿਆਨਤਾ ਅਤੇ ਅਵਿਦਿਆ ਦੀ ਗੁਲਾਮੀ ਸਵੀਕਾਰ ਕਰ ਲੈਣੀ ਚਾਹੀਦੀ ਹੈ ਅਤੇ ਸਰੀਰਕ ਭੋਗ ਵਿਲਾਸ ਵਿੱਚ ਵੀ ਪੂਰਨ ਰੂਪ ਨਾਲ ਲਿਪਤ ਹੋ ਜਾਣਾ ਚਾਹੀਦਾ ਹੈ, ਕਿਉਂਕਿ ਆਨੰਦ ਸਰੂਪ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਸੰਜਮ, ਨਿਯਮ ਅਤੇ ਔਖੇ ਅਨੁਸ਼ਾਸਨ ਦੀ ਲੋੜ ਹੈ। ਇਸ ਲਈ ਸਾਨੂੰ ਮਾਇਆ ਰੂਪੀ ਸ਼ੈਤਾਨ ਦੀ ਅਧੀਨਤਾ ਸਵੀਕਾਰ ਕਰ ਲੈਣੀ ਚਾਹੀਦੀ ਹੈ। ਸ਼ਾਸਤਰਾਂ ਨੇ ਭਗਵਾਨ ਨੂੰ ਸਤਿਅਮ ਅਰਥਾਤ ਸੱਚ ਦਾ ਵੀ ਸੱਚ ਕਿਹਾ ਹੈ। ਸੱਚ ਮੰਨੋ, ਪਰਮਾਤਮਾ ਜ਼ਰੂਰ ਹੀ ਹੈ ਅਤੇ ਉਹ ਬਹੁਤ ਹੀ ਸੁੰਦਰ, ਬਹੁਤ ਹੀ ਮਿੱਠਾ ਅਤੇ ਬਹੁਤ ਹੀ ਕਿਰਪਾਲੂ ਹੈ। ਉਹ ਤੁਹਾਡੇ ਨਾਲ ਲਗਾਤਾਰ ਗੱਲਾਂ ਕਰ ਰਿਹਾ ਹੈ, ਪਰੰਤੂ ਤੁਹਾਡੇ ਪ੍ਰਾਣ ਦੇ ਰਾਗ, ਦਵੇਸ਼ ਅਤੇ ਲੋਭ ਨੇ, ਤੁਹਾਡੇ ਮਨ ਦੇ ਸ਼ੋਰਗੁਲ ਵਾਲੀ ਚੰਚਲਤਾ ਨੇ, ਤੁਹਾਡੀ ਬੁੱਧੀ ਦੇ ਵਿਰੋਧੀ ਵਿਚਾਰਾਂ ਨੇ ਅਤੇ ਕਠੋਰ ਚਿੱਤ ਦੀਆਂ ਬੇਕਾਬੂ ਵਾਸਨਾਵਾਂ ਨੇ ਤੁਹਾਨੂੰ ਉਸ ਪਰਮਾਤਮਾ ਦੇ ਮਧੁਰ ਰੂਹਾਨੀ ਗੀਤਾਂ ਨੂੰ ਸੁਣਨ ਤੋਂ ਵਾਂਝਾ ਕਰ ਦਿੱਤਾ ਹੈ। ਜੇਕਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੁੰਦੀ ਤਾਂ ਤੁਸੀਂ ਤਾਰਿਆਂ ਦੇ ਝਿਲਮਿਲ ਪ੍ਰਕਾਸ਼ ਵਿੱਚ ਉਸ ਦੇ ਦਰਸ਼ਨ ਕਰ ਸਕਦੇ। ਜੇਕਰ ਤੁਹਾਡੇ ਕੋਲ ਦੈਵੀ ਕੰਨ ਹੁੰਦੇ ਤਾਂ ਤੁਸੀਂ ਉਸ ਪਰਮਾਤਮਾ ਨੂੰ ਦੂਸਰਿਆਂ ਦੇ ਹਿਰਦੇ ਦੀ ਧੜਕਣ ਅਤੇ ਨਾੜੀਆਂ ਦੀ ਚਾਲ ਵਿੱਚ ਮਹਿਸੂਸ ਕਰ ਸਕਦੇ। ਜੇਕਰ ਤੁਹਾਡੇ ਕੋਲ ਭਾਵ ਦਰਿਆ ਜੀਵਤ ਦਿਲ ਹੁੰਦਾ ਤਾਂ ਤੁਸੀਂ ਪਰਮਾਤਮਾ ਨੂੰ ਮਿੱਟੀ ਦੇ ਕਣ-ਕਣ ਵਿੱਚ ਵੀ ਅਨੁਭਵ ਕਰ ਸਕਦੇ। ਉਦੋਂ ਤੁਸੀਂ ਪਰਮ ਆਨੰਦ ਸਰੂਪ ਪਰਮਾਤਮਾ ਦੇ ਹਰ ਥਾਂ ਦਰਸ਼ਨ ਕਰਕੇ ਧੰਨ ਹੋ ਜਾਂਦੇ ਅਤੇ ਆਨੰਦਿਤ ਹੋ ਕੇ ਕਹਿ ਉੱਠਦੇ, ਸਰਬ ਖਲਿਵੰਦ ਬ੍ਰਹਮਾ ਅਰਥਾਤ ਪੂਰਾ ਜਗਤ ਬ੍ਰਹਮ ਸਰੂਪ ਹੈ। ਹੇ ਪ੍ਰਭੂ, ਤੁਹਾਡੀਆਂ ਪਿਆਰ ਭਰੀਆਂ ਬਾਹਾਂ ਅਤੇ ਕੋਮਲ ਗੋਦ ਵਿੱਚ ਆਪਣੇ ਆਪ ਨੂੰ ਅਨੁਭਵ ਕਰਨਾ ਇੱਕ ਕਿੰਨਾ ਮਧੁਰ ਹੈ। ਪਰਮਾਤਮਾ ਸਦਾ ਤੁਹਾਡੇ ਨਾਲ ਹਨ। ਪ੍ਰਭੂ ਕਰੇ ਤੁਸੀਂ ਵੀ ਹਮੇਸ਼ਾ ਸੁਚੇਤ ਹੋ ਕੇ ਉਹਨਾਂ ਦੇ ਨਾਲ ਰਹੋ ਅਤੇ ਆਪਣੇ ਅੰਦਰ ਅਤੇ ਬਾਹਰ ਹਰ ਥਾਂ ਉਸ ਦਾ ਅਨੁਭਵ ਕਰੋ। ਹਰ ਪਲ ਉਸ ਪਰਮਾਤਮਾ ਬਾਰੇ ਸੋਚੋ, ਹਰ ਪਲ ਉਸ ਰੱਬ ਬਾਰੇ ਸੋਚੋ।